ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਡਾਕਟਰ ਮਨਪ੍ਰੀਤ ਫਿਜ਼ੀਓਥੈਰੇਪੀ ਕਲੀਨਿਕ ਸੁਲਤਾਨਪੁਰ ਲੋਧੀ। ਅੱਜ ਜਿਸ ਟੌਪਿਕ ਤੇ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂ ਉਹ ਹੈਗੇ ਆ ਸਰਵਾਈਕਲ ਸਪਾਈਨ ਨਾਲ ਰਿਲੇਟਡ ਜਿਹੜੇ ਪ੍ਰੀਕਾਸ਼ਨਸ ਜਾਂ ਜਿਹੜੀਆਂ ਗਲਤੀਆਂ ਅਸੀਂ ਕਰਦੇ ਹਾਂ ਜਿਹਦੇ ਨਾਲ ਸਰਵਾਈਕਲ ਸਪਾਈਨ ਦੇ ਉੱਤੇ ਸਟ੍ਰੈਸ ਆਉਂਦਾ ਆ ਅਤੇ ਸਰਵਾਈਕਲ ਸਪੌਂਡਲਾਈਟਿਸ ਜਾਂ ਸਰਵਾਈਕਲ ਸਪੌਂਡਲੋਸਿਸ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਮੈਂ ਚਾਹੁੰਦਾ ਕਿ ਉਹ ਗਲਤੀਆਂ ਜਾਂ ਉਹ ਜਿਹੜੇ ਪ੍ਰੀਕਾਸ਼ਨਸ ਅਸੀਂ ਪਹਿਲਾਂ ਹੀ ਰੱਖੀਏ ਵੀ ਸਾਨੂੰ ਉਹ ਪ੍ਰੋਬਲਮ ਆਵੇ ਹੀ ਨਾ, ਜੇ ਆਈ ਹੋਈ ਆ ਤਾਂ ਉਹਨਾਂ ਨੂੰ ਅਸੀਂ ਕਿਵੇਂ ਠੀਕ ਕਰ ਸਕੀਏ। ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਚੀਜ਼ਾਂ ਡਿਸਕਸ ਕਰਾਂਗੇ ਕਿ ਸਾਨੂੰ ਸਰਵਾਈਕਲ ਸਪੌਂਡਲਾਈਟਿਸ ਜਾਂ ਸਰਵਾਈਕਲ ਸਪਾਈਨ ਦੇ ਵਿੱਚ ਕੋਈ ਵੀ ਪ੍ਰੋਬਲਮ ਆ, ਭਾਵੇਂ ਉਹ ਸਪਾਜ਼ਮ ਹੀ ਆ, ਭਾਵੇਂ ਟ੍ਰਪੀਜ਼ੀਆਟਿਸ ਜਿਹੜੀ ਇੱਕ ਸਵੈਲਿੰਗ ਹੋ ਜਾਂਦੀ ਆ, ਸਾਡੇ ਸਪਾਜ਼ਮ ਆ ਜਾਂਦਾ ਹੈ ਸਾਡੇ ਸਰਵਾਈਕਲ ਸਪਾਈਨ ਦੇ ਨਾਲ ਰਿਲੇਟਡ ਜਿਹੜੇ ਮਸਲਸ ਹੈਗੇ ਆ ਉਹਨਾਂ ਤੋਂ ਬਚਣ ਲਈ ਹੀ ਹੋਵੇ। ਸੋ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਇਹੀ ਡਿਸਕਸ ਕਰਾਂਗੇ ਕਿ ਉਹਨਾਂ ਚੀਜ਼ਾਂ ਨੂੰ ਅਸੀਂ ਨਾ ਕਰੀਏ ਜਿਹਦੇ ਨਾਲ ਜ਼ਿਆਦਾ ਸਟ੍ਰੈਸ ਜਿਹੜਾ ਸਾਡੇ ਸਰਵਾਈਕਲ ਸਪਾਈਨ 'ਤੇ ਆਉਂਦਾ ਹੈ। ਪ੍ਰੀਕਾਸ਼ਨ ਦੇ ਵਿੱਚ ਸਭ ਤੋਂ ਪਹਿਲਾ ਪ੍ਰੀਕਾਸ਼ਨ ਜਿਹੜਾ ਅਕਸਰ ਹੀ ਅਸੀਂ ਸੁਣਦੇ ਹਾਂ ਕਿ ਫਾਰਵਰਡ ਬੈਂਡਿੰਗ ਜਿਹੜੀ ਅਵੋਇਡ ਕਰਨੀ ਚਾਹੀਦੀ ਹੈ ਇਹਦੇ ਵਿੱਚ, ਬਟ ਰੂਟੀਨ ਦੇ ਵਿੱਚ ਕਈ ਅਜਿਹੇ ਕੰਮ ਹੁੰਦੇ ਆ ਕਿ ਜਿਹਦੇ ਵਿੱਚ ਅਸੀਂ ਫਾਰਵਰਡ ਬੈਂਡਿੰਗ ਨੂੰ ਅਵੋਇਡ ਕਰ ਹੀ ਨਹੀਂ ਪਾਉਂਦੇ। ਫੋਰ ਐਗਜ਼ਾਮਪਲ ਜਿਵੇਂ ਅੱਜ ਕੱਲ੍ਹ ਔਨਲਾਈਨ ਸਟੱਡੀ ਦਾ ਜ਼ਮਾਨਾ ਆ, ਔਨਲਾਈਨ ਜਿਹੜੀ ਅੱਜ ਕੱਲ੍ਹ ਵਰਕਿੰਗ ਹੋ ਰਹੀ ਹੈ, ਵਰਕ ਫਰੋਮ ਹੋਮ ਜਾਂ ਕੁਛ ਵੀ ਇਹੋ ਜਿਹਾ ਜਿਹੜਾ ਅੱਜ ਕੱਲ੍ਹ ਚੱਲ ਰਿਹਾ, ਉਹਦੇ ਵਿੱਚ ਅਸੀਂ ਰੂਟੀਨ ਦੇ ਵਿੱਚ ਨੀਵੀਂ ਪਾਉਣ ਤੋਂ ਪਰਹੇਜ਼ ਕਰ ਹੀ ਨਹੀਂ ਸਕਦੇ। ਜਾਂ ਹਾਊਸ ਹੋਲਡ ਜਿਹੜੇ ਕੰਮ ਹੁੰਦੇ ਆ, ਜਿਵੇਂ ਕਿ ਸਾਡੇ ਮਦਰਸ ਜਾਂ ਸਾਡੇ ਘਰ ਦੇ ਵਿੱਚ ਜਿੰਨੇ ਕੰਮ ਕਰਦੇ ਆ ਜਾਂ ਕੋਈ ਵੀ ਰੂਟੀਨ ਦੇ ਵਿੱਚ ਜਿਹੜਾ ਹਾਊਸ ਹੋਲਡ ਕੰਮ ਕਰਦਾ ਆ, ਕੋਈ ਸ਼ੌਪਕੀਪਰ ਆ ਜਾਂ ਕੋਈ ਵੀ ਇਹੋ ਜਿਹੇ ਜਿਹੜੇ ਹੈਗੇ ਆ ਜਿਹੜੇ ਕੰਮ ਕਰਦੇ ਆ, ਉਹ ਫਾਰਵਰਡ ਬੈਂਡਿੰਗ ਅਵੋਇਡ ਕਰ ਹੀ ਨਹੀਂ ਸਕਦੇ। ਸੋ ਅਸੀਂ ਉਹਨਾਂ ਨੂੰ ਇਹ ਸਲਾਹ ਦਿੰਦੇ ਹਾਂ ਕਿ ਤੁਸੀਂ ਬਿਲਕੁਲ ਪਰਹੇਜ਼ ਤਾਂ ਪੋਸੀਬਲ ਨਹੀਂ ਹੈਗਾ, ਬਿਲਕੁਲ ਪਰਹੇਜ਼ ਨਾ ਕਰੋ, ਤੁਸੀਂ ਆਪਣੀ ਰੂਟੀਨ ਨੂੰ ਉਸ ਹਿਸਾਬ ਨਾਲ ਐਡਜਸਟ ਕਰ ਲਓ। ਫੋਰ ਇੰਸਟੈਂਸ ਜਿਵੇਂ ਅਸੀਂ ਲੈਪਟਾਪ 'ਤੇ ਕੰਮ ਕਰਦੇ ਹਾਂ, ਤੁਸੀਂ ਆਪਣੀ ਚੇਅਰ ਦੀ ਹਾਈਟ ਨੂੰ ਐਡਜਸਟ ਕਰ ਲਓ, ਜਾਂ ਤੁਸੀਂ ਆਪਣੇ ਜਿਹੜਾ ਲੈਪਟਾਪ ਆ ਉਹਦੀ ਹਾਈਟ ਨੂੰ ਜਾਂ ਟੇਬਲ ਦੀ ਹਾਈਟ ਨੂੰ ਐਡਜਸਟ ਕਰ ਲਓ। ਜੇ ਤੁਸੀਂ ਫ਼ੋਨ ਯੂਜ਼ ਕਰਨਾ ਆ ਤਾਂ ਤੁਸੀਂ ਆਪਣੇ ਲੈਵਲ 'ਤੇ ਰੱਖ ਕੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਤੁਸੀਂ ਬਹੁਤੀ ਜ਼ਿਆਦਾ ਗਰਦਨ ਝੁਕਾ ਕੇ ਉਹਨੂੰ ਯੂਜ਼ ਨਾ ਕਰੋ ਜੇ ਤੁਸੀਂ ਲੰਬੇ ਟਾਈਮ ਲਈ ਯੂਜ਼ ਕਰਨਾ ਆ। ਸੇਮ ਜਿਵੇਂ ਬੱਚੇ ਪੜ੍ਹਦੇ ਆ ਘਰ ਦੇ ਵਿੱਚ, ਬੁੱਕਸ ਜਿਹੜੀਆਂ ਆ ਉਹਨਾਂ ਨੂੰ ਅਸੀਂ ਇਹ ਸੁਜੈਸਟ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਆਪਣੀ ਹਾਈਟ 'ਤੇ ਰੱਖ ਕੇ ਰੱਖੋ, ਆਪਣੇ ਆਈ ਲੈਵਲ 'ਤੇ ਰੱਖੋ, ਤਾਂ ਕਿ ਤੁਹਾਡੇ ਜਿਹੜਾ ਸਟ੍ਰੈਸ ਆ ਉਹ ਨੈਕ 'ਤੇ ਜ਼ਿਆਦਾ ਨਾ ਆ ਸਕੇ। ਸੋ ਐਸੀਆਂ ਹੀ ਕੁਛ ਇੱਕ ਪ੍ਰੀਕਾਸ਼ਨਸ ਆ ਜਿਹੜੇ ਮੈਂ ਤੁਹਾਨੂੰ ਡੈਮੋਸਟ੍ਰੇਟ ਵੀ ਕਰਕੇ ਦਿਖਾਵਾਂਗਾ, ਅਤੇ ਉਹਨਾਂ ਨੂੰ ਆਪਾਂ ਕਿਵੇਂ ਮੋਡੀਫਾਈ ਕਰ ਸਕਦੇ ਹਾਂ ਉਹ ਵੀ ਤੁਹਾਨੂੰ ਦੱਸਾਂਗਾ। ਸੋ ਇੱਕ ਹੋਰ ਵੀ ਬਹੁਤ ਵੱਡਾ ਕੁਐਸਚਨ ਹੁੰਦਾ ਆ ਪੇਸ਼ੈਂਟਸ ਦਾ ਜਦੋਂ ਸਾਡੇ ਕੋਲ ਆਉਂਦੇ ਆ। ਪੇਸ਼ੈਂਟਸ ਅਕਸਰ ਹੀ ਪੁੱਛਦੇ ਆ ਕਿ ਸਾਨੂੰ ਸਰਵਾਈਕਲ ਸਪੌਂਡਲਾਈਟਿਸ ਜਾਂ ਸਰਵਾਈਕਲ ਸਪੌਂਡਲੋਸਿਸ ਦੇ ਵਿੱਚ ਜਿਹੜਾ ਪਿੱਲੋ ਆ ਉਹ ਅਵੋਇਡ ਕਰਨਾ ਚਾਹੀਦਾ ਆ। ਇਹ ਇੱਕ ਬਹੁਤ ਹੀ ਵੱਡਾ ਮਿਥ ਆ ਕਿ ਪਿੱਲੋ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਮੈਂ ਅਕਸਰ ਹੀ ਆਪਣੇ ਪੇਸ਼ੈਂਟਸ ਨੂੰ ਇਹ ਕਹਿੰਦਾ ਹੁੰਦਾ ਕਿ ਪਿੱਲੋ ਬੰਦ ਕਰਨ ਦੇ ਨਾਲ ਅਸੀਂ ਆਪਣੀ ਸਪਾਈਨ ਦੀ ਹੈਲਥ ਹੋਰ ਵੀ ਖਰਾਬ ਕਰਦੇ ਹਾਂ। ਪਿੱਲੋ ਜਦੋਂ ਅਸੀਂ ਬੰਦ ਕਰਦੇ ਹਾਂ ਤਾਂ ਸਾਡਾ ਜਿਹੜਾ ਆਹ ਡਿਸਟੈਂਸ ਆ, ਜਿਹੜਾ ਇਹ ਨੈਕ ਦਾ ਅਤੇ ਸਾਡੇ ਹੈੱਡ ਦਾ ਅਤੇ ਸਾਡੇ ਸ਼ੋਲਡਰ ਦਾ ਜਿਹੜਾ ਐਂਗਲ ਆ ਉਹ ਹੋਰ ਵੀ ਖਰਾਬ ਹੋ ਜਾਂਦਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਹੁਣੇ ਡੈਮੋਸਟ੍ਰੇਟ ਕਰਕੇ ਦਿਖਾਉਣਾ ਹੈ। ਪਿੱਲੋ ਹਮੇਸ਼ਾ ਉਨੀ ਹੀ ਹਾਈਟ ਦਾ ਲੈਣਾ ਚਾਹੀਦਾ ਜਿਹਦੇ ਨਾਲ ਤੁਹਾਡਾ ਇਹ ਵਾਲਾ ਏਰੀਆ ਕਵਰ ਹੋ ਸਕੇ। ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਮੇਰੇ ਹੈੱਡ ਦੇ ਨੀਚੇ ਪਿੱਲੋ ਹੈ ਅਤੇ ਇਹ ਪਿੱਲੋ ਮੇਰੇ ਹੈੱਡ ਅਤੇ ਨੈਕ ਨੂੰ ਪੂਰੀ ਸਪੋਰਟ ਦੇ ਰਿਹਾ। ਜਦੋਂ ਮੈਂ ਇਹ ਪਿੱਲੋ ਕੱਢ ਦੇਵਾਂਗਾ ਤਾਂ ਮੇਰੀ ਜਿਹੜੀ ਹੈੱਡ ਅਤੇ ਨੈਕ ਦੇ ਵਿੱਚ ਜਿਹੜੀ ਜਗ੍ਹਾ ਆ ਉਹ ਬਿਲਕੁਲ ਵੀ ਸਪੋਰਟਡ ਨਹੀਂ ਹੈਗੀ, ਉਹ ਬਿਲਕੁਲ ਹੀ ਹਵਾ ਦੇ ਵਿੱਚ ਹੈਗੀ ਹੈ, ਜਿਹਦੇ ਨਾਲ ਕਿ ਉਸ ਮਸਲਸ ਦੇ ਉੱਤੇ ਜ਼ਿਆਦਾ ਸਟ੍ਰੇਨ ਆਉਂਦਾ ਆ, ਜ਼ਿਆਦਾ ਸਟ੍ਰੈਸ ਆਉਂਦਾ ਆ ਅਤੇ ਪੇਨ ਵੱਧਦੀ ਹੈ। ਸੇਮ ਤੁਹਾਨੂੰ ਇਸ ਸਾਈਡ 'ਤੇ ਜਦੋਂ ਅਸੀਂ ਲੇਟਦੇ ਹਾਂ, ਸਾਡਾ ਜਿਹੜਾ ਪਿੱਲੋ ਆ ਉਹਦੀ ਹਾਈਟ ਸਿਰਫ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਸਾਡਾ ਸ਼ੋਲਡਰ ਅਤੇ ਸਾਡਾ ਜਿਹੜਾ ਹੈੱਡ ਆ ਉਹ ਸਪੋਰਟਡ ਰਵੇ ਨਾ। ਉਹ ਜਦੋਂ ਅਸੀਂ ਇਹ ਪਿੱਲੋ ਕੱਢ ਦਿੰਦੇ ਹਾਂ, ਦੇਖੋ ਫਿਰ ਸਾਡਾ ਹੈੱਡ ਜਿਹੜਾ ਇਸ ਪੋਜੀਸ਼ਨ ਵਿੱਚ ਚਲੇ ਜਾਂਦਾ, ਉਹਦੇ ਨਾਲ ਸਾਡੀ ਜਿਹੜੀ ਸਪਾਈਨ ਦੀ ਜਿਹੜੀ ਪੋਜੀਸ਼ਨ ਹੋਰ ਖ਼ਰਾਬ ਹੋ ਜਾਂਦੀ ਹੈ। ਸੋ ਪਿੱਲੋ ਹਮੇਸ਼ਾ ਇੰਨਾ ਹੀ ਉੱਚਾ ਲੈਣਾ ਚਾਹੀਦਾ ਕਿ ਆਹ ਵਾਲਾ ਇਹ ਵਾਲੀ ਜਿਹੜੀ ਜਗ੍ਹਾ ਆ ਇਹ ਕਵਰਡ ਰਵੇ। ਇਸ ਲਈ ਪਿੱਲੋ ਹਮੇਸ਼ਾ ਪਤਲਾ ਲੈਣਾ ਚਾਹੀਦਾ ਹੈ, ਬੰਦ ਨਹੀਂ ਕਰਨਾ ਚਾਹੀਦਾ, ਸਿਰਫ ਆਪਣੀ ਨੈਕ ਅਤੇ ਸ਼ੋਲਡਰ ਦਾ ਡਿਸਟੈਂਸ ਕਵਰ ਕਰਨ ਦੇ ਲਈ।
ਨੈਕਸਟ ਜਿਹੜੀ ਮਿਸਟੇਕ ਆ ਉਹ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਕਾਮਨ ਆ, ਕਿਉਂਕਿ ਅੱਜ ਕੱਲ੍ਹ ਵਰਕ ਫਰੋਮ ਹੋਮ ਆਨਲਾਈਨ ਕਲਾਸਿਸ ਦਾ ਦੌਰ ਚੱਲ ਰਿਹਾ। ਸੋ ਅੱਜ ਕੱਲ੍ਹ ਸਾਡੇ ਕੋਲ ਮੈਕਸਿਮਮ ਪੇਸ਼ੈਂਟਸ ਆਉਂਦੇ ਆ ਜਿਹੜੇ ਕਹਿੰਦੇ ਕਿ ਸਾਡਾ ਆਨਲਾਈਨ ਵਰਕ ਚੱਲ ਰਿਹਾ, ਆਨਲਾਈਨ ਵਰਕ ਫਰੋਮ ਹੋਮ ਚੱਲ ਰਿਹਾ ਸਾਡਾ। ਸੋ ਉਹਦੇ ਨਾਲ ਸਾਡੇ ਜੋ ਨੈਕ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ, ਕਿਉਂਕਿ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਗਿਆ। ਤੋ ਉਹਦੇ ਲਈ ਜਿਵੇਂ ਪੇਸ਼ੈਂਟ ਆ ਕੇ ਕੰਪਲੇਂਟ ਕਰਦਾ ਕਿ ਮੈਨੂੰ ਸਰਵਾਈਕਲ ਹੋ ਗਿਆ, ਬਟ ਉਹ ਸਰਵਾਈਕਲ ਸਪੌਂਡਲਾਈਟਿਸ ਨਹੀਂ ਹੁੰਦਾ। ਉਹ ਜਸਟ ਜਿਹੜੇ ਤੁਹਾਡੇ ਸਰਵਾਈਕਲ ਸਪਾਈਨ ਨਾਲ ਰਿਲੇਟਡ ਮਸਲ ਆ, ਮੋਸਟਲੀ ਜਿਹੜੇ ਟਰਪੀਜੀਅਸ ਮਸਲ ਆ, ਉਹਨਾਂ ਦਾ ਸਟ੍ਰੇਨ ਹੁੰਦਾ ਆ, ਉਹਦਾ ਸਪਾਜ਼ਮ ਹੁੰਦਾ ਆ। ਸੋ ਅਸੀਂ ਉਹਨਾਂ ਨੂੰ ਹਮੇਸ਼ਾ ਇਹੀ ਸਲਾਹ ਦਿੰਦੇ ਆ ਕਿ ਜਿਹੜਾ ਤੁਸੀਂ ਆਪਣਾ ਲੈਪਟਾਪ ਆ ਜਾਂ ਜਿਹੜੀ ਸਕਰੀਨ ਤੁਸੀਂ ਯੂਜ਼ ਕਰਦੇ ਹੋ, ਤੁਸੀਂ ਉਹਦਾ ਲੈਵਲ ਐਡਜਸਟ ਕਰ ਲਓ। ਜਾਂ ਤਾਂ ਤੁਸੀਂ ਆਪਣੀ ਚੇਅਰ ਦੀ ਹਾਈਟ ਐਡਜਸਟ ਕਰ ਲਓ, ਜਾਂ ਤੁਸੀਂ ਆਪਣੇ ਲੈਪਟਾਪ ਦਾ ਜਿਹੜੀ ਹਾਈਟ ਆ ਜਾਂ ਆਪਣੇ ਟੇਬਲ ਦੀ ਹਾਈਟ ਐਡਜਸਟ ਕਰ ਲਓ। ਉਹਦੇ ਫੋਰ ਐਗਜ਼ਾਮਪਲ ਤੁਸੀਂ ਕੀ ਕਰ ਸਕਦੇ ਹੋ, ਪਿੱਲੋ ਤਾਂ ਆਪਣੇ ਕੋਲ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦੇ ਹੀ ਹੈ। ਤੁਸੀਂ 1 2 ਜਾਂ 3 ਪਿੱਲੋ ਰੱਖ ਕੇ ਤੁਸੀਂ ਲੈਪਟਾਪ ਦੀ ਜਿਹੜੀ ਹਾਈਟ ਆ ਤੁਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ ਐਡਜਸਟ ਕਰ ਸਕਦੇ ਹੋ। ਇਹਦੇ ਨਾਲ ਕੀ ਹੁੰਦਾ, ਜਿਵੇਂ ਅਸੀਂ ਕੰਟੀਨਿਊਸਲੀ ਔਨ ਸਕਰੀਨ ਰਹਿੰਦੇ ਆ, ਸਕਰੀਨ ਟਾਈਮ ਜਿਹੜਾ ਸਾਡਾ ਬਹੁਤ ਜ਼ਿਆਦਾ ਆ, ਅਸੀਂ ਇਸ ਪੋਜੀਸ਼ਨ ਦੇ ਵਿੱਚ ਕੰਟੀਨਿਊਸਲੀ ਟਾਈਪ ਕਰਦੇ ਹਾਂ। ਉਹਦੇ ਨਾਲ ਕੀ ਹੁੰਦਾ, ਜਦੋਂ ਅਸੀਂ ਕੰਟੀਨਿਊਸਲੀ ਟਾਈਪ ਕਰਦੇ ਹਾਂ ਤਾਂ ਸਾਡੇ ਇਸ ਏਰੀਆ ਦੇ ਉੱਤੇ ਮੈਕਸਿਮਮ ਸਟ੍ਰੈਸ ਆਉਂਦਾ ਆ। ਸੋ ਜਦੋਂ ਅਸੀਂ ਹਾਈਟ ਨੂੰ ਐਡਜਸਟ ਕਰ ਲੈਂਦੇ ਹਾਂ ਜਾਂ ਆਪਣੀ ਚੇਅਰ ਦੀ ਹਾਈਟ ਨੂੰ ਐਡਜਸਟ ਕਰ ਲੈਂਦੇ ਹਾਂ, ਤਾਂ ਤੁਹਾਡਾ ਜਿਹੜਾ ਸਕਰੀਨ ਹੈ ਉਹ ਤੁਹਾਡੀ ਆਈ ਲੈਵਲ 'ਤੇ ਆ ਜਾਂਦੀ ਹੈ। ਤਾਂ ਉਹਦੇ ਨਾਲ ਕੀ ਹੁੰਦਾ, ਇਹਨਾਂ ਮਸਲਸ ਦੇ ਉੱਤੇ ਜਿਹੜਾ ਸਟ੍ਰੈਸ ਆ, ਇਹ ਸਪਾਈਨ ਦੇ ਉੱਤੇ ਜਿਹੜਾ ਸਟ੍ਰੈਸ ਆ ਉਹ ਕਾਫੀ ਘੱਟ ਜਾਂਦਾ। ਸੋ ਇਸ ਤਰੀਕੇ ਨਾਲ ਤੁਸੀਂ ਇਸ ਮੋਡੀਫਿਕੇਸ਼ਨ ਨੂੰ ਅਪਣਾ ਕੇ ਤੁਸੀਂ ਆਪਣੇ ਜਿਹੜਾ ਸਰਵਾਈਕਲ ਸਪਾਈਨ ਨਾਲ ਰਿਲੇਟਡ ਜਿਹੜੀ ਸਿੰਪਟਮਸ ਤੁਹਾਨੂੰ ਆ ਰਹੇ ਆ, ਤੁਸੀਂ ਉਹਦੇ ਤੋਂ ਤੁਸੀਂ ਬਚ ਸਕਦੇ ਹੋ। ਸੋ ਨੈਕਸਟ ਜਿਹੜੀ ਕਾਮਨ ਮਿਸਟੇਕ ਆ ਜਾਂ ਕਾਮਨ ਪੋਜੀਸ਼ਨ ਆ ਜਿਹਦੇ ਵਿੱਚ ਅਕਸਰ ਹੀ ਅਸੀਂ ਲੇਟਦੇ ਹਾਂ, ਜਦੋਂ ਅਸੀਂ ਆਪਣੇ ਘਰ ਜਾਈਏ ਰਿਲੈਕਸ ਮੂਡ ਦੇ ਵਿੱਚ ਲੇਟ ਕੇ ਟੀਵੀ ਦੇਖਦੇ ਹਾਂ ਜਾਂ ਕੁਝ ਵੀ ਇੱਦਾਂ ਦਾ ਐਕਟੀਵਿਟੀ ਕਰਦੇ ਹਾਂ, ਤਾਂ ਉਹਦੇ ਨਾਲ ਬਹੁਤ ਜ਼ਿਆਦਾ ਸਟ੍ਰੈਸ ਸਾਡੀ ਸਰਵਾਈਕਲ ਸਪਾਈਨ 'ਤੇ ਆਉਂਦਾ ਆ। ਉਹਦੇ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ 1 ਪਿੱਲੋ ਜਾਂ 2 ਪਿੱਲੋ ਲੈ ਕੇ ਆਰਾਮ ਨਾਲ ਟੀਵੀ ਦੇਖਦੇ ਰਹਿੰਦੇ ਹਾਂ, ਸਾਰੀ ਰਾਤ ਹੀ ਟੀਵੀ ਦੇਖਦੇ ਰਹਿੰਦੇ ਹਾਂ ਜਾਂ ਜਿੰਨੀ ਦੇਰ ਵੀ ਦੇਖਿਆ। ਉਸ ਤੋਂ ਬਾਅਦ ਕੀ ਹੁੰਦਾ, ਪੇਸ਼ੈਂਟ ਜਦੋਂ ਮਾਰਨਿੰਗ ਦੇ ਵਿੱਚ ਸਾਡੇ ਕੋਲ ਆਉਂਦਾ, ਉਹ ਸਾਨੂੰ ਇਹੀ ਕੰਪਲੇਂਟ ਕਰਦਾ ਹੈ ਕਿ ਅਸੀਂ ਰਾਤੀ ਸਾਰੀ ਅਸੀਂ ਟੀਵੀ ਦੇਖਦੇ ਰਹੇ, ਅਸੀਂ ਇੱਦਾਂ ਲੇਟੇ ਸੀ, ਅਸੀਂ ਸੋਫਾ 'ਤੇ ਲੇਟੇ ਸੀ ਜਾਂ ਬੈੱਡ 'ਤੇ ਇੱਦਾਂ ਢਾਸ ਲਾ ਕੇ ਲੇਟੇ ਸੀਗੇ, ਬਟ ਜਦੋਂ ਸਵੇਰੇ ਉੱਠੇ ਤਾਂ ਸਾਡੇ ਸਪਾਈਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ। ਉਹ ਮੈਂ ਤੁਹਾਨੂੰ ਇੱਕ ਵਾਰੀ ਡੈਮੋਸਟ੍ਰੇਟ ਕਰਕੇ ਦਿਖਾਉਣਾ ਹੈ ਕਿ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਕਿਵੇਂ ਲੇਟਦੇ ਹੋ। ਅਤੇ ਸਾਨੂੰ ਇਸ ਚੀਜ਼ ਦਾ ਇਹ ਵੀ ਖਿਆਲ ਰੱਖਣਾ ਚਾਹੀਦਾ ਕਿ ਟੀਵੀ ਜਦੋਂ ਵੀ ਦੇਖਣਾ ਹੈ ਤੁਸੀਂ ਬੈਠ ਕੇ ਦੇਖੋ ਜਾਂ ਤੁਸੀਂ ਚੇਅਰ 'ਤੇ ਬੈਠ ਕੇ ਦੇਖੋ, ਜਿਹਦੇ ਨਾਲ ਤੁਹਾਡੀ ਜਿਹੜੀ ਬੈਕ ਸਪੋਰਟਡ ਰਵੇ ਅਤੇ ਸਰਵਾਈਕਲ ਸਪਾਈਨ ਜਾਂ ਤੁਹਾਡੀ ਜਿਹੜੀ ਲੰਬਰ ਸਪਾਈਨ ਆ ਈਵਨ ਉਹਦੇ 'ਤੇ ਵੀ ਸਟ੍ਰੈਸ ਨਾ ਆਵੇ। ਸੋ ਇਹ ਮੈਂ ਤੁਹਾਨੂੰ ਇੱਕ ਵਾਰੀ ਡੈਮੋਸਟ੍ਰੇਟ ਕਰਕੇ ਦਿਖਾਉਣਾ ਕਿ ਅਸੀਂ ਕਿਸ ਪੋਜੀਸ਼ਨ ਦੇ ਵਿੱਚ ਰੂਟੀਨ ਦੇ ਵਿੱਚ ਲੇਟਦੇ ਹਾਂ ਅਤੇ ਜਿਹਦੇ ਨਾਲ ਸਾਨੂੰ ਪ੍ਰੋਬਲਮ ਆਉਂਦੀ ਹੈ। ਅਸੀਂ ਜਦੋਂ ਟੀਵੀ ਦੇਖਦੇ ਹਾਂ ਜਾਂ ਤਾਂ ਅਸੀਂ ਬੈੱਡ ਦੇ ਬੈਕ ਦੇ ਨਾਲ ਅਸੀਂ ਇਸ ਪੋਜੀਸ਼ਨ ਦੇ ਵਿੱਚ ਲੇਟ ਜਾਂਦੇ ਹਾਂ, ਜਾਂ ਫਿਰ ਅਸੀਂ ਕੀ ਕਰਦੇ ਹਾਂ ਕਿ 2 ਜਾਂ 3 ਪਿੱਲੋ ਲੈ ਕੇ ਅਸੀਂ ਇਸ ਪੋਜੀਸ਼ਨ ਦੇ ਵਿੱਚ ਟੀਵੀ ਦੇਖਣਾ ਪਸੰਦ ਕਰਦੇ ਹਾਂ। ਇਹਦੇ ਨਾਲ ਕੀ ਹੁੰਦਾ, ਸਾਡੇ ਜਿਹੜੇ ਸਰਵਾਈਕਲ ਸਪਾਈਨ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਆਉਂਦਾ ਆ। ਉਹਦੇ ਨਾਲ ਸਿੰਪਟਮਸ ਜਿਹੜੇ ਆ ਬਹੁਤ ਜ਼ਿਆਦਾ ਐਗਰੀਵੇਟ ਹੁੰਦੇ ਆ। ਸਟਾਰਟਿੰਗ ਦੇ ਵਿੱਚ ਤਾਂ ਉਹੀ ਤੁਹਾਨੂੰ ਥੋੜ੍ਹੀ ਜਿਹੀ ਪੇਨ ਫੀਲ ਹੋਣੀ ਆ, ਬਟ ਤੁਸੀਂ ਇਗਨੋਰ ਕਰਦੇ ਹੋ। ਬਟ ਜਿਹੜੀ ਇਹ ਪੋਜੀਸ਼ਨ ਆ ਇਹ ਬਹੁਤ ਹੀ ਜ਼ਿਆਦਾ ਗਲਤ ਆ। ਇਹਦੇ ਨਾਲ ਸਾਡੀ ਮੈਕਸਿਮਮ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਪੇਸ਼ੈਂਟਸ ਆਉਂਦੇ ਆ ਉਹ ਇਸ ਪੋਜੀਸ਼ਨ ਦੀ ਹਿਸਟਰੀ ਜ਼ਰੂਰ ਦੱਸਦੇ ਆ ਕਿ ਅਸੀਂ ਇਸ ਪੋਜੀਸ਼ਨ ਦੇ ਵਿੱਚ ਬੈਠ ਕੇ ਰਾਤੀ ਟੀਵੀ ਦੇਖਦੇ ਰਹੇ, ਤਾਂ ਨੈਕਸਟ ਮਾਰਨਿੰਗ ਜਦੋਂ ਅਸੀਂ ਉੱਠੇ ਆ ਤਾਂ ਸਾਡੇ ਬਹੁਤ ਜ਼ਿਆਦਾ ਕੰਪਲੀਕੇਸ਼ਨਸ ਆਈਆਂ, ਸਾਨੂੰ ਬਹੁਤ ਜ਼ਿਆਦਾ ਪੇਨ ਫੀਲ ਹੋਈ। ਮੈਂ ਅਕਸਰ ਹੀ ਪੇਸ਼ੈਂਟਸ ਨੂੰ ਇਹ ਸੁਜੈਸਟ ਕਰਦਾ ਹੁੰਦਾ ਹੈ ਕਿ ਤੁਸੀਂ ਇਸ ਪੋਜੀਸ਼ਨ ਨੂੰ ਅਵੋਇਡ ਕਰੋ। ਹਮੇਸ਼ਾ ਜਿਹੜਾ ਟੀਵੀ ਦੇਖਣਾ ਆ ਜਾਂ ਹਮੇਸ਼ਾ ਤੁਸੀਂ ਕੋਈ ਵੀ ਚੀਜ਼ ਦੇਖਣੀ ਆ ਉਹਨੂੰ ਰਿਲੈਕਸ ਹੋ ਕੇ ਚੇਅਰ 'ਤੇ ਬੈਠ ਕੇ ਦੇਖੋ। ਇਹ ਜੋ ਮਿਸਟੇਕਸ ਨੇ ਜਾਂ ਇਹ ਜੋ ਪੋਜੀਸ਼ਨਸ ਨੇ, ਇਹਨਾਂ ਨੂੰ ਅਸੀਂ ਜੇ ਅਵੋਇਡ ਕਰੀਏ ਤਾਂ ਅਸੀਂ ਸਰਵਾਈਕਲ ਸਪਾਈਨ ਦੀ ਪ੍ਰੋਬਲਮ ਤੋਂ ਬਚ ਸਕਦੇ ਹਾਂ। ਸਰਵਾਈਕਲ ਸਪਾਈਨ ਦੇ ਵਿੱਚ ਕੋਈ ਵੀ ਪ੍ਰੋਬਲਮ ਜਿਵੇਂ ਕਿ ਸਰਵਾਈਕਲ ਸਪੌਂਡਲਾਈਟਿਸ, ਸਰਵਾਈਕਲ ਸਪੌਂਡਲੋਸਿਸ ਜਾਂ ਸਰਵਾਈਕਲ ਸਪਾਈਨ ਦੇ ਨਾਲ ਅਟੈਚ ਜਿਹੜੇ ਮਸਲਸ ਆ ਉਹਨਾਂ ਦਾ ਸਪਾਜ਼ਮ, ਉਹਨਾਂ ਤੋਂ ਅਸੀਂ ਬਚ ਸਕਦੇ ਹਾਂ। ਸੋ ਇੱਕ ਵਾਰੀ ਮੈਂ ਫਿਰ ਰਿਪੀਟ ਕਰ ਦਿੰਦਾ, ਇਹਦੇ ਵਿੱਚ ਸਾਨੂੰ ਕੀ ਖਿਆਲ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਫਾਰਵਰਡ ਬੈਂਡਿੰਗ ਨੂੰ ਘਟਾਉਣਾ ਚਾਹੀਦਾ ਆ, ਬੰਦ ਨਹੀਂ ਕਰਨਾ ਚਾਹੀਦਾ, ਉਹਨੂੰ ਐਡਜਸਟ ਕਰਨਾ ਚਾਹੀਦਾ ਆ। ਸੈਕਿੰਡ ਜਿਹੜੀ ਹੈਗੀ ਆ, ਇਹਦੇ ਵਿੱਚ ਸਾਨੂੰ ਪਿੱਲੋ ਬੰਦ ਬਿਲਕੁਲ ਨਹੀਂ ਕਰਨਾ ਚਾਹੀਦਾ। ਪਿੱਲੋ ਦੀ ਜਿਹੜੀ ਹਾਈਟ ਆ ਉਹ ਸਿਰਫ ਤੁਹਾਡੇ ਸ਼ੋਲਡਰ ਅਤੇ ਤੁਹਾਡੇ ਹੈੱਡ ਦੇ ਏਰੀਆ ਨੂੰ ਕਵਰ ਕਰਦੀ ਹੋਣੀ ਚਾਹੀਦੀ ਆ, ਨਾਟ ਮੋਰ ਦੈਨ ਦੈਟ, ਨਾਟ ਲੈਸ ਦੈਨ ਦੈਟ।
ਸੋ ਪਿੱਲੋ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ, ਇਹ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਹਾਂ। ਥਰਡ ਵਨ ਜਿਹੜੀ ਆ, ਜਦੋਂ ਵੀ ਅਸੀਂ ਕੋਈ ਟੀਵੀ ਦੇਖਦੇ ਹਾਂ ਜਾਂ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ, ਸਾਨੂੰ ਪਿੱਲੋ ਜਿਹੜੇ ਆ ਉਹ ਡਬਲ ਪਿੱਲੋ ਜਾਂ ਆਪਣੀ ਬਾਜੂ ਸਿਰ ਦੇ ਨੀਚੇ ਨਹੀਂ ਰੱਖਣਾ ਚਾਹੀਦਾ, ਜਾਂ ਬਿਲਕੁਲ ਰਿਲੈਕਸ ਮੂਡ ਦੇ ਵਿੱਚ ਲੇਟ ਕੇ ਸਾਨੂੰ ਬਹੁਤਾ ਟਾਈਮ ਟੀਵੀ ਨਹੀਂ ਦੇਖਣਾ ਚਾਹੀਦਾ। ਜੇ ਜ਼ਿਆਦਾ ਟਾਈਮ ਟੀਵੀ ਦੇਖਣਾ ਆ, ਤੁਸੀਂ ਆਪਣੇ ਚੇਅਰ 'ਤੇ ਬੈਠ ਕੇ ਦੇਖੋ ਜਾਂ ਬਿਲਕੁਲ ਸਹੀ ਪੋਜੀਸ਼ਨ ਦੇ ਵਿੱਚ ਸਹੀ ਪੋਸਚਰ ਦੇ ਵਿੱਚ ਬੈਠ ਕੇ ਦੇਖੋ। ਹੋਰ ਵੀ ਜਿਵੇਂ ਟੀਚਰਸ ਨੇ ਜਾਂ ਕਲੈਰੀਕਲ ਜੌਬ ਦੇ ਵਿੱਚ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ, ਉਹਨਾਂ ਨੂੰ ਵੀ ਅਸੀਂ ਇਹੀ ਸੁਜੈਸ਼ਨ ਦਿੰਦੇ ਆ ਕਿ ਤੁਸੀਂ ਜਿਵੇਂ ਰੂਟੀਨ ਦੇ ਵਿੱਚ ਟੀਚਰਸ ਦਾ ਕੰਮ ਵੀ ਜ਼ਿਆਦਾ ਫਾਰਵਰਡ ਬੈਂਡਿੰਗ ਜਾਂ ਜ਼ਿਆਦਾ ਉੱਚਾ ਦੇਖਦੇ ਆ, ਉਹਨਾਂ ਨੂੰ ਇਹੀ ਕਹੀਦਾ ਹੈ ਕਿ ਵਿੱਚੋਂ ਤੁਸੀਂ ਥੋੜ੍ਹੇ ਐਕਸਰਸਾਈਜ਼ਿਸ ਜਾਂ ਥੋੜ੍ਹੇ ਸਟ੍ਰੈਚਿਸ ਕਰਦੇ ਰਹੋ, ਜਿਹੜੇ ਕਿ ਅਸੀਂ ਉਹਨਾਂ ਨੂੰ ਗਾਈਡ ਕਰੀਦੇ ਆ। ਪਲੱਸ ਜਿਵੇਂ ਰੂਰਲ ਏਰੀਆ ਦੇ ਵਿੱਚੋਂ ਪੇਸ਼ੈਂਟਸ ਆਉਂਦੇ ਆ, ਕਈ ਉਹ ਕੰਪਲੇਂਟ ਕਰਦੇ ਆ ਕਿ ਅਸੀਂ ਜਿਵੇਂ ਸਿਰ ਦੇ ਉੱਤੇ ਕੋਈ ਚੀਜ਼ ਉਠਾ ਲਈ, ਕੋਈ ਫੋਰ ਐਗਜ਼ਾਮਪਲ ਕੋਈ ਘੜਾ ਉਠਾ ਲਿਆ ਜਾਂ ਕੁਝ ਵੀ ਇੱਦਾਂ ਦਾ ਅਸੀਂ ਉਠਾ ਲਿਆ, ਉਸ ਤੋਂ ਬਾਅਦ ਸਾਡੇ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ। ਫਿਰ ਅਸੀਂ ਇਸ ਕੇਸ ਦੇ ਵਿੱਚ ਅਸੀਂ ਉਹਨਾਂ ਨੂੰ ਕਹੀਦਾ ਕਿ ਇਹ ਚੀਜ਼ਾਂ ਬਿਲਕੁਲ ਅਵੋਇਡ ਕਰੋ, ਕਿਉਂਕਿ ਜਦੋਂ ਆਪਾਂ ਹੈੱਡ ਦੇ ਉੱਤੇ ਕੋਈ ਚੀਜ਼ ਰੱਖਾਂਗੇ ਤਾਂ ਉਹ ਅਲਟੀਮੇਟਲੀ ਸਾਰਾ ਜਿਹੜਾ ਸਟ੍ਰੈਸ ਆ ਉਹ ਤੁਹਾਡੇ ਸਰਵਾਈਕਲ ਏਰੀਆ 'ਤੇ ਆਉਣਾ ਹੀ ਆਉਣਾ। ਸੋ ਉਸ ਚੀਜ਼ ਨੂੰ ਅਸੀਂ ਬਿਲਕੁਲ ਹੀ ਬੰਦ ਕਰਵਾਉਂਦੇ ਆ ਕਿ ਹੈੱਡ ਦੇ ਉੱਤੇ ਤੁਸੀਂ ਕੋਈ ਚੀਜ਼ ਨਹੀਂ ਰੱਖਣੀ। ਕਈ ਪੇਸ਼ੈਂਟਸ ਆਉਂਦੇ ਆ ਜਿਹੜੇ ਕਹਿੰਦੇ ਕਿ ਅਸੀਂ ਇਸ ਪੋਜੀਸ਼ਨ ਦੇ ਵਿੱਚ ਐਕਸਰਸਾਈਜ਼ ਕੀਤੀ, ਜਿਵੇਂ ਫੋਰ ਐਗਜ਼ਾਮਪਲ ਕਈ ਯੋਗਾ ਦੇ ਐਸੇ ਆਸਨ ਆ ਜਿਹਦੇ ਨਾਲ ਸਰਵਾਈਕਲ ਸਪਾਈਨ 'ਤੇ ਬਹੁਤ ਜ਼ਿਆਦਾ ਸਟ੍ਰੈਸ ਆਉਂਦਾ ਆ। ਸੋ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਆ ਕਿ ਪਹਿਲਾਂ ਤੁਸੀਂ ਸਰਵਾਈਕਲ ਸਪਾਈਨ ਦੀ ਹੈਲਥ ਦੇਖੋ, ਉਸ ਦੇ ਬਾਅਦ ਤੁਸੀਂ ਆਪਣੀ ਜਿਹੜੀ ਯੋਗਾ ਇੱਕ ਬਹੁਤ ਅੱਛੀ ਚੀਜ਼ ਆ, ਇਹਨੂੰ ਤਾਂ ਆਲ ਓਵਰ ਵਰਲਡ ਹੀ ਐਪਰੀਸੀਏਸ਼ਨ ਮਿਲੀ ਹੋਈ ਹੈ, ਮੈਂ ਉਹਦੇ ਬਿਲਕੁਲ ਅਗੇਂਸਟ ਨਹੀਂ ਆ। ਅਸੀਂ ਤਾਂ ਖੁਦ ਪੇਸ਼ੈਂਟਸ ਨੂੰ ਕਹਿੰਦੇ ਆ ਕਿ ਯੋਗਾ ਤੁਸੀਂ ਜ਼ਰੂਰ ਕਰੋ। ਸੋ ਜਦੋਂ ਵੀ ਤੁਸੀਂ ਕੋਈ ਵੀ ਐਕਸਰਸਾਈਜ਼, ਉਹ ਚਾਹੇ ਯੋਗਾ ਹੋਵੇ ਜਾਂ ਐਰੋਬਿਕਸ ਹੋਵੇ, ਕੁਝ ਵੀ ਹੋਵੇ, ਉਸ ਹਿਸਾਬ ਨਾਲ ਐਕਸਰਸਾਈਜ਼ ਕਰੋ ਤਾਂ ਕਿ ਤੁਹਾਡੀ ਜਿਹੜੀ ਸਰਵਾਈਕਲ ਸਪਾਈਨ ਜਾਂ ਤੁਹਾਡੀ ਹੋਲ ਸਪਾਈਨ ਜਾਂ ਕੋਈ ਕਿਤੇ ਵੀ ਬੋਡੀ 'ਚ ਪ੍ਰੋਬਲਮ ਹੈਗੀ ਉਹ ਵਧੇ ਨਾ। ਸੋ ਆਸ ਕਰਦਾ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਹਿਲਾਂ ਦੇ ਵੀਡੀਓਜ਼ ਦੇ ਵਾਂਗੂ ਵੀ ਪਸੰਦ ਆਵੇਗਾ। ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗੇ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ। ਮੇਰੇ ਚੈਨਲ ਦਾ ਲਿੰਕ, ਮੇਰੇ ਹੋਰ ਵੀ ਵੀਡੀਓਜ਼ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ, ਪਲੀਜ਼ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਤਾਂ ਜੋ ਇਹ ਮੇਰੇ ਲਈ ਇੱਕ ਬੂਸਟਰ ਦਾ ਕੰਮ ਕਰੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਹੋਰ ਵੀ ਵਧੀਆ ਵੀਡੀਓਜ਼ ਤੁਹਾਡੇ ਵਾਸਤੇ ਲੈ ਕੇ ਆ ਸਕਾਂ। ਥੈਂਕ ਯੂ ਸੋ ਮਚ।